ਹੁਣ ਗੱਲ ਮੰਤਰੀ ਸਾਹਿਬ ਦੀ, ਜਿਨ੍ਹਾਂ ਨੂੰ ਹਾਜ਼ਰ ਹੋਣ ਨੂੰ ਕਿਹਾ ਗਿਆ ਅਦਾਲਤ ਦੇ ਵੱਲੋਂ। ਮੁੱਦਾ ਇਹ ਜ਼ਮੀਨ ਛੁਡਵਾਉਣ ਵਾਲਾ ਕੁਲਦੀਪ ਸਿੰਘ ਧਾਲੀਵਾਲ ਨੂੰ ਹਾਜ਼ਰ ਹੋਣ ਨੂੰ ਕਿਹਾ ਗਿਆ। ਸੰਮਨ ਕੀਤੇ ਗਏ ਨੇ ਖਰੜ ਦੀ ਇੱਕ ਅਦਾਲਤ ਦੇ ਵੱਲੋਂ। ਤੇ ਤੁਹਾਨੂੰ ਦੱਸ ਦਈਏ ਕਿ ਮੁੱਦਾ ਇਹ ਜੋ ਸਿਸਮਾ ਇਲਾਕੇ ਦੇ ਵਿੱਚ ਜ਼ਮੀਨ ਦੇ ਉੱਤੇ ਨਜਾਇਜ਼ ਕਬਜ਼ਾ ਦੱਸ ਕੇ ਛੁਡਵਾਇਆ ਗਿਆ ਸੀ, ਉਸ ਪੂਰੇ ਮਾਮਲੇ ਨੂੰ ਲੈ ਕੇ ਕੈਪਟਨ ਬਿਕਰਮਜੀਤ ਸਿੰਘ ਪਹੁੰਚ ਗਏ ਨੇ ਅਦਾਲਤ। ਤੇ ਇਸ ਪੂਰੇ ਮਾਮਲੇ 'ਚ ਹੁਣ ਅਦਾਲਤ ਨੇ ਮੰਤਰੀ ਸਾਹਿਬ ਨੂੰ ਵੀ ਹਾਜ਼ਰ ਹੋਣ ਨੂੰ ਕਿਹਾ ਹੈ। ਕੁਲਦੀਪ ਧਾਲੀਵਾਲ ਨੂੰ ਖਰੜ ਅਦਾਲਤ ਨੇ ਸੰਮਨ ਭੇਜੇ ਨੇ। 25 ਜੁਲਾਈ ਨੂੰ ਅਦਾਲਤ ਦੇ ਵਿੱਚ ਪੇਸ਼ ਹੋਣ ਦੇ ਲਈ ਕਿਹਾ ਗਿਆ। ਸਿਸਮਾ ਦੇ ਵਿੱਚ ਜ਼ਮੀਨ ਛੁਡਵਾਉਣ ਦਾ ਇਹ ਪੂਰਾ ਮਾਮਲਾ ਹੈ। ਤੁਹਾਨੂੰ ਦੱਸ ਦਈਏ ਕਿ ਜੋ ਦਾਅਵਾ ਕੀਤਾ ਗਿਆ ਸੀ ਜਦੋਂ ਜ਼ਮੀਨ ਛੁਡਵਾਈ ਗਈ ਕਿ ਇਸ ਦੇ ਉੱਤੇ ਨਜਾਇਜ਼ ਕਬਜ਼ਾ ਕੀਤਾ ਗਿਆ ਹੈ, ਪੰਚਾਇਤੀ ਜ਼ਮੀਨ ਹੈ, ਇਹ ਕਹਿ ਕੇ ਜਿਹੜਾ ਕਬਜ਼ਾ ਉਹ ਛੁਡਵਾਇਆ ਗਿਆ ਸੀ ਕਿ ਨਜਾਇਜ਼ ਕਬਜ਼ਾ ਛੁਡਵਾਇਆ ਜਾ ਰਿਹਾ ਹੈ। 28 ਅਪ੍ਰੈਲ ਨੂੰ ਜ਼ਮੀਨ ਤੋਂ ਕਬਜ਼ਾ ਛੁਡਵਾਇਆ ਗਿਆ ਸੀ। ਇਹ ਬਿਲਕੁਲ ਚੰਡੀਗੜ੍ਹ ਦੇ ਨਾਲ ਲੱਗਦੇ ਇਲਾਕੇ ਨੇ ਔਰ ਕੈਪਟਨ ਬਿਕਰਮਜੀਤ ਸਿੰਘ ਤੋਂ ਇਹ ਜ਼ਮੀਨ ਛੁਡਵਾਈ ਗਈ ਸੀ, ਜਿਸ ਤੋਂ ਬਾਅਦ ਕੈਪਟਨ ਬਿਕਰਮਜੀਤ ਸਿੰਘ ਨੇ ਅਦਾਲਤ ਦਾ ਰੁਖ ਕਰ ਲਿਆ। ਜ਼ਮੀਨ ਦੇ ਉੱਤੇ ਖੁਦ ਦਾ ਹੱਕ ਦੱਸਿਆ। 29 ਏਕੜ ਜ਼ਮੀਨ ਦਾ ਇਹ ਪੂਰਾ ਮਸਲਾ, ਕਰੋੜਾਂ ਰੁਪਏ ਦੀ ਜ਼ਮੀਨ ਹੈ, ਕਿਉਂਕਿ ਬਿਲਕੁਲ ਚੰਡੀਗੜ੍ਹ ਦੇ ਨਾਲ ਲੱਗਦੇ ਇਲਾਕੇ ਜਿਹੜੇ ਉੱਥੇ ਇਹ ਜ਼ਮੀਨ ਦੱਸੀ ਜਾਂਦੀ ਹੈ। ਚੰਡੀਗੜ੍ਹ ਤੋਂ ਜ਼ਿਆਦਾ ਦੂਰ ਨਹੀਂ ਹੈ, ਸਿਸਮਾ ਦਾ ਪੂਰਾ ਇਲਾਕਾ ਉੱਥੇ ਇਹ ਪੂਰੀ ਜ਼ਮੀਨ ਹੈਗੀ ਹੈ। ਇਸ ਸਮੇਂ ਸਾਡੇ ਨਾਲ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਜੀ ਜੁੜੇ ਹੋਏ ਨੇ। ਧਾਲੀਵਾਲ ਸਾਹਿਬ, ਸਵਾਗਤ ਹੈ। ਅਦਾਲਤ ਦੇ ਸੰਮਨ ਤੁਹਾਡੇ ਕੋਲ ਪਹੁੰਚੇ ਨੇ। 25 ਜੁਲਾਈ ਨੂੰ ਪੇਸ਼ ਹੋਣ ਦੇ ਲਈ ਕਿਹਾ ਗਿਆ। ਤੁਹਾਡਾ ਫਸਟ ਰਿਐਕਸ਼ਨ? ਕੋਈ ਨਹੀਂ ਭਾਜੀ, ਅਸੀਂ ਜਾਵਾਂਗੇ ਅਦਾਲਤ ਜਾਵਾਂ, ਕੋਈ ਚੱਕਰ ਨਹੀਂ ਜੀ। ਅਸੀਂ ਧੂਰੀਆਂ, ਮੈਂ ਜੇ ਸੰਮਨ ਮੈਨੂੰ ਮਿਲੇ ਵੀ ਨਹੀਂ, ਮੈਂ ਵੇਖੇ ਵੀ ਨਹੀਂ ਗਏ ਸੰਮਨ ਆਉਣਗੇ। ਕੋਈ ਨਹੀਂ, ਸਾਡੇ ਮਹਿਕਮੇ ਦੇ ਵਕੀਲ ਅਸੀਂ ਗੱਲ ਕਰਕੇ ਆਪਣਾ ਪੱਖ ਰੱਖਾਂਗੇ। ਬਟ ਜਿਹੜੇ ਆਧਾਰ ਤੇ ਉਹਨਾਂ ਨੇ ਸਾਨੂੰ ਸੰਮਨ ਜਾਰੀ ਕੀਤੇ ਨਾ ਜੀ, ਅਸੀਂ ਸਾਡੇ ਖਿਲਾਫ ਕੋਈ ਉਹਨਾਂ ਦਾ ਸਟੇ ਨਹੀਂ, ਕੁਛ ਨਹੀਂ ਹੈ। ਅਸੀਂ ਆਪਣਾ ਕਾਨੂੰਨੀ ਤੌਰ ਤੇ ਹੱਥ ਪੇਪਰ ਲੈ ਕੇ ਗਏ, ਸਭ ਕੁਝ ਬਿਲਕੁਲ ਟੱਲੀ ਆ। ਪਰ ਅਸੀਂ ਉਧਰ ਕੋਰਟ ਦੇ ਵਿੱਚ, ਮਾਨਯੋਗ ਅਦਾਲਤ ਦੇ ਵਿੱਚ ਇਹ ਸਾਰੇ ਪੇਪਰ ਜਿਹੜੇ ਦੇ ਦਾਂਗੇ। ਕੋਈ ਇਸ ਕਰਕੇ ਸਾਨੂੰ ਕੋਈ ਕਾਨੂੰਨੀ ਤੌਰ ਤੇ ਅਸੀਂ ਬਿਲਕੁਲ ਦੁਸਤ ਹਾਂ। ਕੋਈ ਚੀਜ਼ ਗਲਤ ਨਹੀਂ ਹੋਈ, ਉੱਥੇ ਕੁਝ ਨਹੀਂ ਹੋਇਆ ਜੀ। ਮੰਤਰੀ ਸਾਹਿਬ, ਇਹ ਦਾਅਵਾ ਉਸ ਦੇ ਵਿੱਚ ਇਹੀ ਕੀਤਾ ਗਿਆ ਹੈ ਕਿ ਜ਼ਮੀਨ ਗੈਰ ਕਾਨੂੰਨੀ, ਜਾਂ ਕਹੀਏ ਕਿ ਗੈਰ ਕਾਨੂੰਨੀ ਕਬਜ਼ਾ ਕਹਿ ਕੇ ਛੁਡਵਾ ਲਈ ਗਈ। ਉਸ ਤੋਂ ਬਾਅਦ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਸੀ ਕਿ ਨਹੀਂ, ਇਹ ਗਲਤ ਢੰਗ ਦੇ ਨਾਲ ਜ਼ਮੀਨ ਛੁਡਵਾਈ ਗਈ ਹੈ। ਸਰ ਜੀ, ਉਦੋਂ ਵੀ ਅਸੀਂ ਕਿਹਾ ਸੀਗਾ ਜੀ, ਹਾਂ, ਵੀ ਕੋਈ ਗਲਤ ਢੰਗ ਨਹੀਂ ਪੜਾਇਆ ਸੀ। ਅਸੀਂ ਆਪਣੇ ਪੰਚਾਇਤੀ ਰਾਜ ਦੇ ਆਪਣੇ ਜਿਹੜੇ ਪੂਰੇ ਪੇਪਰ ਵਰਕ ਲੈ ਕੇ ਗਏ, ਕੋਈ ਗੈਰ ਕਾਨੂੰਨੀ ਕੰਮ ਨਹੀਂ ਕੀਤਾ। ਤਹਿਸੀਲਦਾਰ ਸਾਹਿਬ, ਐਸਡੀਐਮ ਸਾਹਿਬ, ਡਿਪਟੀ ਸਾਹਿਬ, ਸਾਡਾ ਡਾਇਰੈਕਟਰ ਸਾਹਿਬ, ਜੁਆਇੰਟ ਡਾਇਰੈਕਟਰ ਸਾਹਿਬ, ਪੂਰਾ ਮਹਿਕਮਾ ਗਿਆ। ਕੋਈ ਵੀ ਇੱਕ ਵੀ ਕਦਮ ਗੈਰ ਕਾਨੂੰਨੀ ਪੂਰੇ ਪੰਜਾਬ 'ਚ ਅਸੀਂ ਨਾ ਪੁੱਟਿਆ, ਨਾ ਹੀ ਪੁੱਟਾਂਗੇ। ਨਹੀਂ, ਤੁਸੀਂ ਦਾਅਵਾ ਕਰਦੇ ਹੋ ਕਿ ਪੰਚਾਇਤ ਦੀ ਜ਼ਮੀਨ ਹੈ 29 ਏਕੜ? ਮੈਂ ਕਿਹਾ ਜੀ, ਤੁਹਾਡੇ ਸਾਹਮਣੇ ਉਹ ਤਾਂ ਪਤਾ ਲੱਗ ਜੂ 25 ਤਰੀਕ ਨੂੰ ਜਦੋਂ ਅਸੀਂ ਕੋਰਟ ਦੇ ਵਿੱਚ ਪੇਪਰ ਦੇਵਾਂਗੇ। ਸਾਡੀ ਜ਼ਮੀਨ ਹੈ ਪੰਚਾਇਤ ਦੀ, ਔਰ ਅਸੀਂ ਉਹਦਾ ਥੋੜਾ ਚੱਲ ਗਏ ਉੱਥੇ। ਨਹੀਂ, ਇਹ ਤਾਂ ਨਹੀਂ ਕਿ ਘੱਟ ਸੀਗੀ ਜ਼ਮੀਨ ਤੇ ਕਬਜ਼ਾ ਜ਼ਿਆਦਾ ਦੇ ਉੱਤੇ ਕਰ ਲਿਆ। ਨਹੀਂ, ਏਦਾਂ ਦੀ ਕੋਈ ਗੱਲ ਨਹੀਂ ਜੀ। ਉਹ ਤੇ ਨਿਸ਼ਾਨਦੇਹੀ ਪਹਿਲਾਂ ਵੀ ਹੋਈ ਆ। ਜੇ ਕਿਸੇ ਨੂੰ ਲੱਗੂ ਲੱਗੇ ਗਵਾਂਢੀ ਨੂੰ ਸ਼ੱਕ, ਤੇ ਨਿਸ਼ਾਨਦੇਹੀ ਦੁਬਾਰਾ ਕਰਾ ਦਾਂਗੇ। ਮੰਤਰੀ ਸਾਹਿਬ, ਕੋਈ ਪਹਿਲਾਂ ਕੋਈ ਸੰਮਨ ਭੇਜੇ ਗਏ ਸੀ ਇਸ ਪੂਰੇ ਮਾਮਲੇ 'ਚ, ਜਾਂ ਫਿਰ ਕੋਈ ਪਹਿਲਾਂ ਨੋਟਿਸ ਭੇਜਿਆ ਗਿਆ? ਅਸੀਂ ਜਿੱਥੇ ਜਾਂਦੇ ਆ ਜੀ, ਅਸੀਂ ਹਰ ਨੂੰ ਦੱਸਦੇ ਆ, ਬਕਾਇਦਾ ਸਾਡਾ ਵੀਡੀਓ, ਡੀਡੀਪੀਓ ਵਗੈਰਾ ਜਾ ਕੇ ਜਾਂਦੇ ਆ। ਇਸ ਕਰਕੇ ਕੋਈ ਸਾਡੇ ਮਹਿਕਮੇ ਨੇ ਕੋਈ ਗਲਤ ਕੰਮ ਨਹੀਂ ਕੀਤਾ। ਨਹੀਂ, ਉਹ ਤਾਂ ਅਦਾਲਤ ਪਹੁੰਚ ਗਏ ਇਸ ਮਾਮਲੇ ਨੂੰ ਲੈ ਕੇ ਕਿ ਨਹੀਂ ਜੀ ਗਲਤ ਢੰਗ ਦੇ ਨਾਲ ਪਹੁੰਚ ਗਏ ਜੀ। ਅਦਾਲਤ ਅਸੀਂ ਵੀ ਚੱਲ ਜਾਵਾਂਗੇ, ਅਦਾਲਤ ਸਾਡੀ ਆ। ਅਦਾਲਤਾਂ ਸਾਡੀਆਂ ਬੜੀਆਂ, ਮਾਨਯੋਗ ਹਾਈ ਕੋਰਟ ਕੋਈ ਵੀ ਜਾਵਾਂਗੇ। ਇਸੇ ਕਿਹੜੀ ਗੱਲ ਹੈ? ਪੰਜਾਬ ਦੇ ਹਿੱਤਾਂ ਦੀ ਲੜਾਈ ਲੜ ਰਹੇ ਜੀ। ਅਸੀਂ ਕੋਈ ਆਪਣਾ ਕਬਜ਼ਾ ਥੋੜਾ ਕਰ ਲਿਆ, ਆਪਣੇ ਘਰ ਦੀ ਕਬਜ਼ਾ ਥੋੜਾ ਕੀਤਾ। ਨਹੀਂ ਮੰਤਰੀ ਸਾਹਿਬ, ਹੋਰ ਵੀ ਕਈ ਥਾਵਾਂ ਤੋਂ ਇਹ ਖਬਰਾਂ ਆਈਆਂ ਜਾਂ ਇਲਜ਼ਾਮ ਲੱਗੇ ਕਿ ਨਹੀਂ ਜੀ ਇਹ ਗਲਤ ਢੰਗ ਦੇ ਨਾਲ ਛੁਡਵਾਈ ਜਾ ਰਹੀ ਹੈ। ਫਤਿਹਗੜ੍ਹ ਸਾਹਿਬ ਤੋਂ ਵੀ ਇੱਕ ਮਾਮਲਾ ਆਇਆ ਸੀ। ਸਰ ਜੀ, ਕਿਤੇ ਨਹੀਂ ਆਇਆ, ਕੁਛ ਨਹੀਂ ਹੋਇਆ, ਕੋਈ ਗੱਲ ਨਹੀਂ। ਕਿਤੇ ਵੀ ਅਸੀਂ ਜੀ ਇੱਕ ਵੀ ਥਾਂ ਤੇ ਕੋਈ ਬੰਦਾ ਸਾਬਤ ਆ ਕੇ ਕਰਦੇ ਵੀ ਇੱਥੇ ਤੁਸੀਂ ਗਏ, ਤੁਸੀਂ ਗਏ ਜੋ, ਅਸੀਂ ਵੱਲ ਸਜ਼ਾ ਭੁਗਤਣ ਲਈ ਤਿਆਰ ਹਾਂ। ਕਿਤੇ ਨਹੀਂ ਗਿਆ। ਨਹੀਂ, ਫਿਰ ਤੁਹਾਨੂੰ ਇਸ ਦੇ ਪਿੱਛੇ ਕੋਈ ਸਿਆਸੀ ਮੁੱਦਾ ਵੀ ਨਜ਼ਰ ਆਉਂਦਾ? ਚਲੋ ਕੋਈ ਨਹੀਂ, ਮੈਂ ਇਹ ਗੱਲਾਂ ਨਹੀਂ ਕਹਿਣੀਆਂ ਕਿਉਂਕਿ ਕੋਰਟ ਨੇ ਸਮਨ ਕੀਤੇ ਆ। ਅਸੀਂ ਮਾਨਯੋਗ ਹਾਈ ਕੋਰਟ ਦਾ ਪੂਰਾ ਸਨਮਾਨ ਕਰਦੇ ਹਾਂ। ਜਿੱਦਣ ਤਰੀਕ ਹੈ ਉਦੋਂ ਜਾ ਕੇ ਸਾਡੇ ਵਕੀਲ ਆਪਣਾ ਪੱਖ ਪੇਸ਼ ਕਰ ਦੇਣਗੇ, ਕੋਈ ਚੱਕਰ। ਚਲੋ ਸ਼ੁਕਰੀਆ, ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਲਈ। ਤਾਂ ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਨੂੰ ਨੋਟਿਸ ਕੀਤਾ ਗਿਆ ਖਰੜ ਦੀ ਅਦਾਲਤ ਦੇ ਵੱਲੋਂ ਤੇ 25 ਜੁਲਾਈ ਨੂੰ ਪੇਸ਼ ਹੋਣ ਦੇ ਲਈ ਕਿਹਾ ਗਿਆ ਹੈ। ਦਰਅਸਲ ਇਹ ਸਿਸਮਾ ਚੰਡੀਗੜ੍ਹ ਦੇ ਜਿਹੜਾ ਨਾਲ ਲੱਗਦਾ ਇਲਾਕਾ ਹੈ, ਇਹ ਤੁਸੀਂ ਖਰੜ ਦੇ ਵਿੱਚ ਜਾਂ ਪੂਰੇ ਗ੍ਰੇਟਰ ਮੋਹਾਲੀ ਕਹਿ ਸਕਦੇ ਹੋ ਕਿ ਉਸ ਪੂਰੇ ਇਲਾਕੇ ਦੇ ਵਿੱਚ ਪੈਂਦਾ ਹੈ। ਉੱਥੇ ਕਰੀਬ 29 ਏਕੜ ਜ਼ਮੀਨ ਦੇ ਉੱਤੇ ਕਬਜ਼ਾ ਲਿਆ ਗਿਆ ਪੰਚਾਇਤੀ ਵਿਭਾਗ ਦੇ ਵੱਲੋਂ ਤੇ ਕਿਹਾ ਗਿਆ ਕਿ ਇਸ ਜ਼ਮੀਨ ਦੇ ਉੱਤੇ ਨਜਾਇਜ਼ ਕਬਜ਼ਾ ਕੀਤਾ ਗਿਆ ਸੀ। ਤੇ ਉਸ ਤੋਂ ਬਾਅਦ ਕੈਪਟਨ ਬਿਕਰਮਜੀਤ ਸਿੰਘ ਸਾਹਮਣੇ ਆਉਂਦੇ ਨੇ। ਇੱਕ ਪ੍ਰੈਸ ਕਾਨਫਰੰਸ ਵੀ ਉਹਨਾਂ ਦੇ ਵੱਲੋਂ ਕੀਤੀ ਗਈ ਸੀ। ਇਲਜ਼ਾਮ ਲਗਾਏ ਗਏ ਕਿ ਗਲਤ ਢੰਗ ਦੇ ਨਾਲ ਜ਼ਮੀਨ ਦੇ ਉੱਤੋਂ ਕਬਜ਼ਾ ਲਿਆ ਗਿਆ, ਉਹਨਾਂ ਦੀ ਜ਼ਮੀਨ ਹੈ। ਤੇ ਇਹ ਹੁਣ ਮੰਤਰੀ ਸਾਹਿਬ ਦਾਅਵਾ ਕਰ ਰਹੇ ਨੇ ਕਿ ਨਹੀਂ, ਇਹ ਬਿਲਕੁਲ ਸਹੀ ਫੈਸਲਾ ਸੀ ਔਰ ਬਿਲਕੁਲ ਤੱਥਾਂ ਦੇ ਉੱਤੇ, ਕਾਗਜ਼ਾਤ ਦੇ ਆਧਾਰ ਦੇ ਉੱਤੇ ਇਹ ਫੈਸਲਾ
ਲਿਆ ਗਿਆ ਤੇ ਜ਼ਮੀਨ ਤੋਂ ਕਬਜ਼ਾ ਛੁਡਵਾਇਆ ਗਿਆ ਹੈ। ਤਾਂ ਕੁਲਦੀਪ ਧਾਲੀਵਾਲ ਕੀ ਕੁਝ ਕਹਿ ਰਹੇ ਨੇ ਉਹ ਤੁਹਾਨੂੰ ਸੁਣਵਾਇਆ ਤੇ ਇਸ ਵਿਚਾਲੇ ਸੁਣਵਾਉਂਦੇ ਹਾਂ ਤੁਹਾਨੂੰ ਕਿ ਕੈਪਟਨ ਬਿਕਰਮਜੀਤ ਸਿੰਘ ਕੀ ਕੁਝ ਕਹਿ ਰਹੇ ਨੇ। ਥੋੜੀ ਦੇਰ ਪਹਿਲਾਂ ਉਹਨਾਂ ਦੇ ਨਾਲ ਵੀ ਨਿਊਜ਼ 18 ਨੇ ਫੋਨ ਦੇ ਉੱਤੇ ਗੱਲਬਾਤ ਕੀਤੀ ਸੀ। ਐਕਸ਼ਨ ਤੋਂ ਮੈਨੂੰ ਤਾਂ ਉਦੋਂ ਪਤਾ ਲੱਗਾ ਵੀ ਜੀ ਤੁਹਾਡੀ ਜ਼ਮੀਨ 'ਚ ਮੰਤਰੀ ਜੀ ਆ ਗਏ। ਮੈਂ ਆਪਣੇ ਮੁਨਸ਼ੀ ਨੂੰ ਕਿਹਾ, ਮੈਂ ਕਿਹਾ ਇਹਨਾਂ ਨੂੰ ਸਟੇ ਦੀ ਕਾਪੀ ਦਿਖਾਓ। ਉਹ ਵਿਚਾਰਾ ਗਿਆ ਦਿਖਾਉਣ, ਉਹਨੂੰ ਕਹਿੰਦੇ ਨਹੀਂ ਕੋਈ ਸਟੇ ਨਹੀਂ ਹੈਗੀ। ਉਹਦੇ ਨਾਲ ਸਗੋਂ ਬੁਰੀ ਤਰੀਕੇ ਨਾਲ ਬੋਲੇ। ਨਹੀਂ, ਸਟੇ ਦੀ ਕਾਪੀ ਵਿਖਾਈ ਗਈ ਸੀ ਤੁਹਾਡੇ ਮੁਨਸ਼ੀ ਦੇ ਵੱਲੋਂ? ਹਾਂ ਬਿਲਕੁਲ ਵਿਖਾਈ ਗਈ ਸੀ। ਆਪਣਾ BDPO ਆ ਉੱਥੇ ਜਸਪ੍ਰੀਤ ਕੌਰ, ਉਹਨਾਂ ਨੂੰ ਦਿੱਤੀ ਆ। ਮੈਂ 3 ਮਹੀਨੇ 2 ਮਹੀਨੇ ਪਹਿਲਾਂ ਦਿੱਤੀ ਆ। ਤਹਿਸੀਲਦਾਰ ਸਾਹਿਬ ਨੇ ਲਿਖ ਕੇ ਦਿੱਤਾ ਪੰਚਾਇਤ ਮਹਿਕਮੇ 'ਚ ਕਿ ਇਹ ਮਿੰਟ ਦੇ ਨੰਬਰ ਹੁੰਦੇ ਆ, ਇਹਨਾਂ ਦੇ ਵਾਰੰਟ ਆਫ ਪੋਜੈਸ਼ਨ ਐਗਜ਼ੀਕਿਊਟ ਨਹੀਂ ਹੋ ਸਕਦਾ। ਇਹ ਜਿਹੜੇ ਨੰਬਰ ਨੇ ਉਹ ਨਹੀਂ, ਬਿਲਕੁਲ ਗੈਰ ਕਾਨੂੰਨੀ ਕਾਰਵਾਈ ਕੀਤੀ ਆ। ਇਹਨੂੰ ਜੇ ਮਹਿਕਮੇ ਨੇ ਨਾ ਠੀਕ ਕੀਤਾ, ਮੈਂ ਇਹਨੂੰ ਲੌਜੀਕਲ ਕਨਕਲੂਜਨ ਤੱਕ ਲੈ ਕੇ ਜਾਊਂਗਾ। ਮੈਂ ਕੋਈ ਦਬਣ ਵਾਲਾ ਨਹੀਂ ਕਿਸੇ ਤੋਂ, ਨਾ ਮੈਂ ਡਰਨ ਵਾਲਾ। ਮੈਨੂੰ ਚਾਹੇ ਸੁਪਰੀਮ ਕੋਰਟ ਤੱਕ ਜਾਣਾ ਪਵੇ, ਮੈਂ ਸਾਰਿਆਂ ਨੂੰ ਉੱਥੇ ਲੈ ਕੇ ਤਾਂ ਕੈਪਟਨ ਬਿਕਰਮਜੀਤ ਸਿੰਘ ਦੇ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਬਿਲਕੁਲ ਕਾਨੂੰਨ ਦੇ ਮੁਤਾਬਕ ਹੀ ਜ਼ਮੀਨ ਉਹਨਾਂ ਦੇ ਕੋਲ ਹੈ। ਇਨਫੈਕਟ ਸਟੇ ਦਾ ਵੀ ਉਹਨਾਂ ਨੇ ਜ਼ਿਕਰ ਕੀਤਾ ਕਿ ਜਦੋਂ ਉੱਥੇ ਪਹੁੰਚੇ ਸੀ ਕਬਜ਼ਾ ਲੈਣ ਦੇ ਲਈ ਮੰਤਰੀ ਜੀ ਔਰ ਬਾਕੀ ਅਧਿਕਾਰੀ, ਤਾਂ ਉਹਨਾਂ ਨੇ ਆਪਣੇ ਨੁਮਾਇੰਦੇ ਨੂੰ ਕਿਹਾ ਕਿ ਜਾ ਕੇ ਸਟੇ ਦੀ ਇੱਕ ਕਾਪੀ ਦਿਖਾਈ ਜਾਵੇ। ਉਸਨੇ ਉਹ ਦਿਖਾਈ ਵੀ, ਪਰ ਜਿਹੜੇ ਮੌਕੇ ਦੇ ਉੱਤੇ ਅਧਿਕਾਰੀ ਪਹੁੰਚੇ ਹੋਏ ਸੀ ਉਹਨਾਂ ਨੇ ਉਸ ਨੂੰ ਨਜ਼ਰਅੰਦਾਜ਼ ਕਰ ਦਿੱਤਾ। ਇਹ ਇਲਜ਼ਾਮ ਕੈਪਟਨ ਬਿਕਰਮਜੀਤ ਸਿੰਘ ਲਗਾ ਰਹੇ ਨੇ। ਇਹ ਵੀ ਦਾਅਵਾ ਕਰ ਰਹੇ ਨੇ ਕਿ ਅਦਾਲਤ ਦਾ ਮੈਂ ਰੁਖ ਕੀਤਾ ਹੈ ਤੇ ਅੱਗੇ ਵੀ ਇਸ ਪੂਰੇ ਮਾਮਲੇ ਦੇ ਵਿੱਚ ਲੜਾਈ ਮੈਂ ਲੜਾਂਗਾ। ਹੁਣ ਅੱਗੇ ਵਧਦੇ ਹਾਂ, ਅਗਲੀ ਖਬਰ ਦਾ ਰੁਖ ਕਰਦੇ ਹਾਂ। ਪੰਜਾਬ ਵਿਜੀਲੈਂਸ ਵਿਭਾਗ ਇੱਕ ਹੋਰ ਸਾਬਕਾ ਮੰਤਰੀ ਦੇ ਉੱਤੇ ਸ਼ਿਕੰਜਾ ਕੱਸ ਸਕਦੀ ਹੈ। ਮਾਮਲਾ 2000 ਕਰੋੜ ਦੇ ਘਪਲੇ ਦਾ ਦੱਸਿਆ ਜਾ ਰਿਹਾ, ਜਿਸ ਤੋਂ ਬਾਅਦ ਹੁਣ ਵਿਜੀਲੈਂਸ ਨੇ ਇਸ ਘਪਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ਸੰਗਤ ਸਿੰਘ ਗਿਲਜੀਆ ਤੋਂ ਬਾਅਦ ਹੁਣ ਵਿਜੀਲੈਂਸ ਦੇ ਰਡਾਰ ਤੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਵੀ ਆ ਗਏ ਨੇ। ਵਿਜੀਲੈਂਸ ਭਾਰਤ ਭੂਸ਼ਣ ਆਸ਼ੂ ਖਿਲਾਫ FIR ਦਰਜ ਕਰ ਸਕਦੀ ਹੈ, ਜਿਹੜੇ ਕਿ ਪਿਛਲੀ ਕਾਂਗਰਸ ਸਰਕਾਰ 'ਚ ਖੁਰਾਕ ਅਤੇ ਸਪਲਾਈ ਮੰਤਰੀ ਰਹਿ ਚੁੱਕੇ ਨੇ। ਅਸਲ 'ਚ ਠੇਕੇਦਾਰਾਂ ਦੀ ਯੂਨੀਅਨ ਨੇ ਆਸ਼ੂ ਦੇ ਕਾਰਜਕਾਲ ਦੌਰਾਨ 2000 ਕਰੋੜ ਰੁਪਏ ਦੇ ਟੈਂਡਰਾਂ 'ਚ ਧੋਖਾਧੜੀ ਦਾ ਇਲਜ਼ਾਮ ਲਾਇਆ ਹੈ। ਲੇਬਰ ਟਰਾਂਸਪੋਰਟ ਜਿਹੜੀ ਯੂਨੀਅਨ ਹੈ ਠੇਕੇਦਾਰਾਂ ਦੀ, ਉਹਨਾਂ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਵੱਲੋਂ ਵਿਜੀਲੈਂਸ ਚੀਫ ਨੂੰ ਸ਼ਿਕਾਇਤ ਦਿੱਤੀ ਗਈ ਹੈ ਕਿ 2000 ਕਰੋੜ ਦੇ ਟੈਂਡਰਾਂ ਦੇ ਅੰਦਰ ਧਾਂਦਲੀ ਹੋਈ ਹੈ ਔਰ 20 ਤੋਂ 25 ਠੇਕੇਦਾਰ ਅਜਿਹੇ ਸੀਗੇ ਜਿਨ੍ਹਾਂ ਨੂੰ ਠੇਕੇਦਾਰੀ ਦੇ ਅੰਦਰ ਮਨਮਾਨੇ ਰੇਟ ਜਿਹੜੇ ਹੈ ਉਹ ਦਿੱਤੇ ਗਏ ਨੇ। 17, 18 ਅਤੇ 2020 ਇਨ 3 ਤੋਂ 4 ਸਾਲਾਂ ਦੀ ਜਿਹੜੀ ਫਾਈਲਾਂ ਹੈ ਉਸ ਨੂੰ ਵਿਜੀਲੈਂਸ ਖੰਗਾਲ ਰਹੀ ਹੈ। ਔਰ ਚੀਫ ਤੋਂ ਸ਼ਿਕਾਇਤ ਜਦੋਂ ਮਿਲੀ ਚੀਫ ਨੂੰ, ਤਾਂ ਲੁਧਿਆਣਾ ਦੇ ਜਿਹੜੇ ਵਿਜੀਲੈਂਸ ਦੇ ਸੀਨੀਅਰ ਅਧਿਕਾਰੀ ਨੇ ਉਹਨਾਂ ਨੂੰ ਇਸ ਦੀ ਜਾਂਚ ਜਿਹੜੀ ਹੈ ਉਹ ਮਾਰਕ ਕਰ ਦਿੱਤੀ ਗਈ ਹੈ ਔਰ ਆਉਣ ਵਾਲੇ ਦਿਨਾਂ 'ਚ ਭਾਰਤ ਭੂਸ਼ਣ ਆਸ਼ੂ ਤੇ FIR ਮਾਮਲਾ ਦਰਜ ਜਾਨੀ ਕਿ ਹੋ ਸਕਦਾ ਹੈ। ਵਿਜੀਲੈਂਸ ਨੇ ਇਸ ਮਾਮਲੇ ਦੀ ਜਾਂਚ ਲੁਧਿਆਣਾ ਵਿਜੀਲੈਂਸ ਵਿਭਾਗ ਦੇ SSP ਪੱਧਰ ਦੇ ਸੀਨੀਅਰ ਅਧਿਕਾਰੀ ਨੂੰ ਸੌਂਪੀ ਹੈ। ਵਿਜੀਲੈਂਸ ਹੁਣ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ 2017-18 ਦੌਰਾਨ ਪੰਜਾਬ ਦੀਆਂ ਕਰੀਬ 2500 ਮੰਡੀਆਂ 'ਚ ਲੇਬਰ ਅਤੇ ਢੋਆ ਢੁਆਈ ਮੁਹੱਈਆ ਕਰਵਾਉਣ ਦੇ ਟੈਂਡਰਾਂ ਤੇ ਕੁੱਲ ਕਿੰਨਾ ਪੈਸਾ ਖਰਚ ਕੀਤਾ ਗਿਆ ਅਤੇ 2020 'ਚ ਕਿੰਨਾ ਪੈਸਾ ਖਰਚ ਆਇਆ, ਜਦਕਿ ਪੰਜਾਬ ਸਰਕਾਰ ਲਗਾਤਾਰ ਭ੍ਰਿਸ਼ਟਾਚਾਰ ਦੇ ਮੁੱਦੇ ਤੇ ਸਖਤ ਨਜ਼ਰ ਆ ਰਹੀ ਹੈ। ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਅਸਿੱਧੇ ਤੌਰ ਤੇ ਕਈ ਹੋਰਨਾਂ ਸਾਬਕਾ ਮੰਤਰੀਆਂ ਖਿਲਾਫ ਵੀ ਐਕਸ਼ਨ ਦੇ ਸੰਕੇਤ ਦਿੱਤੇ ਨੇ। ਕਾਨੂੰਨ ਵਿਵਸਥਾ ਲੈ ਕੇ ਬੜੇ ਸਵਾਲ ਖੜੇ ਪੰਜਾਬ ਦੀ ਸਭ ਤੋਂ ਸ਼ਾਨਦਾਰ ਕਾਨੂੰਨ ਵਿਵਸਥਾ ਹੁਣ ਹੈ। ਕਾਨੂੰਨ ਵਿਵਸਥਾ ਕਿਹਨੂੰ ਕਹਿੰਦੇ ਆ? ਕਾਨੂੰਨ ਵਿਵਸਥਾ ਉਹਨੂੰ ਕਹਿੰਦੇ ਆ ਜਿੱਥੇ ਕੋਈ ਮੰਤਰੀ ਭ੍ਰਿਸ਼ਟਾਚਾਰ ਕਰੇ, ਚੱਕ ਕੇ ਜੇਲ੍ਹ 'ਚ ਪਾਇਆ ਹੋਵੇ, ਚਾਹੇ ਸਾਡਾ ਹੋਵੇ, ਮੌਜੂਦਾ ਸੀ, ਚਾਹੇ ਸਾਬਕਾ ਹੋਣ। ਹਜੇ ਹੋਰ ਦੇਖੋ ਕਈਆਂ ਦੇ ਨੰਬਰ ਲੱਗਣੇ। ਸ਼ਿਕਾਇਤਕਰਤਾ ਮੁਤਾਬਕ ਇਹਨਾਂ 3 ਸਾਲਾਂ ਦੌਰਾਨ ਲੇਬਰ ਕਾਟੇਜ, ਲੇਬਰ PEG ਅਤੇ ਟਰਾਂਸਪੋਰਟ ਦੇ ਟੈਂਡਰ 20-25 ਵੱਡੇ ਠੇਕੇਦਾਰਾਂ ਨੂੰ ਮਨਮਾਨੇ ਰੇਟਾਂ ਤੇ ਅਲਾਟ ਕੀਤੇ ਗਏ, ਜਦੋਂ ਕਿ 5000 ਛੋਟੇ ਠੇਕੇਦਾਰਾਂ ਨੂੰ ਦਰਕਿਨਾਰ ਕੀਤਾ ਗਿਆ। ਇਲਜ਼ਾਮ ਇਹ ਵੀ ਹੈ ਕਿ ਕਰੋਨਾ ਕਾਲ ਦੌਰਾਨ ਯਾਨੀ ਕਿ 19-20 ਚ ਵਿਭਾਗ ਵੱਲੋਂ ਟੈਂਡਰ ਰੇਟ ਦੁੱਗਣੇ ਕਰ ਦਿੱਤੇ ਗਏ। ਫਿਲਹਾਲ ਇਸ ਪੂਰੇ ਮਾਮਲੇ 'ਚ ਭਾਰਤ ਭੂਸ਼ਣ ਆਸ਼ੂ ਤੇ FIR ਦਰਜ ਹੁੰਦੀ ਹੈ ਜਾਂ ਫਿਰ ਨਹੀਂ, ਅਤੇ ਜੇਕਰ ਹੁੰਦੀ ਹੈ ਤਾਂ ਇਸ ਮਾਮਲੇ 'ਚ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ, ਇਸ ਤੇ ਨਜ਼ਰ ਬਣੀ ਰਹੇਗੀ। ਚੰਡੀਗੜ੍ਹ ਤੋਂ ਅਮਨ ਭਾਰਦਵਾਜ, ਨਿਊਜ਼ 18 ਪੰਜਾਬ। ਤਾਂ ਰਡਾਰ ਦੇ ਉੱਤੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਇਸ ਸਮੇਂ ਜ਼ਰੂਰ ਨਜ਼ਰ ਆ ਰਹੇ ਨੇ। 2 ਕਰੋੜ ਮਾਮਲੇ ਦੇ 2 ਕਰੋੜ ਰੁਪਏ ਦੇ ਮਾਮਲੇ 'ਚ ਵਿਜੀਲੈਂਸ
ਜਾਂਚ ਦੇ ਘੇਰੇ ਦੇ ਵਿੱਚ ਲੈ ਸਕਦੀ ਹੈ ਭਾਰਤ ਭੂਸ਼ਣ ਆਸ਼ੂ ਨੂੰ। ਔਰ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਸ ਪੂਰੇ ਮਾਮਲੇ ਦੇ ਉੱਤੇ ਜਿਹੜੇ ਸਰਕਾਰ ਦੇ ਨੁਮਾਇੰਦੇ ਨੇ ਉਹੀ ਦਾਅਵਾ ਕਰ ਰਹੇ ਨੇ ਕਿ ਜਿਨ੍ਹਾਂ ਨੇ ਭ੍ਰਿਸ਼ਟਾਚਾਰ ਕੀਤਾ ਉਹਨਾਂ ਨੂੰ ਬਖਸ਼ਿਆ ਨਹੀਂ ਜਾਏਗਾ। ਪਰ ਸਵਾਲ ਇਹ ਹੈ ਕਿ ਕੋਈ ਘਪਲਾ ਹੋਇਆ ਕਿ 2000 ਕਰੋੜ ਰੁਪਏ ਦਾ ਹੋਇਆ। ਫੂਡ ਐਂਡ ਸਪਲਾਈ ਮੰਤਰੀ ਸੂਬੇ ਦੇ ਵਿੱਚ ਸੀ ਜਦੋਂ ਇਹ ਪੂਰਾ ਕਾਂਗਰਸ ਦਾ ਕਾਰਜਕਾਲ ਸੀ। ਸਾਬਕਾ ਮੰਤਰੀ ਨੇ ਭਾਰਤ ਭੂਸ਼ਣ ਆਸ਼ੂ ਕਾਂਗਰਸ ਦੇ ਸੀਨੀਅਰ ਆਗੂ ਨੇ, ਮੌਜੂਦਾ ਸਮੇਂ ਦੇ ਵਿੱਚ ਕਾਰਜਕਾਰੀ ਪ੍ਰਧਾਨ ਵੀ ਨੇ ਪੰਜਾਬ ਕਾਂਗਰਸ ਦੇ। ਤਾਂ ਉਹਨਾਂ ਤੱਕ ਕੀ ਜਾਂਚ ਦਾ ਘੇਰਾ ਪਹੁੰਚੇਗਾ, ਇੱਕ ਵੱਡਾ ਸਵਾਲ। ਹੁਣ ਅੱਗੇ ਵਧਦੇ ਅਗਲੀ ਖਬਰ ਦਾ ਰੁਖ ਕਰਦੇ ਹਾਂ ਤੇ ਗੱਲ ਹੋਵੇਗੀ ਸਾਬਕਾ ਐਮਐਲਏਜ਼ ਦੇ ਕੋਲ ਜਿਹੜੇ ਸਰਕਾਰੀ ਫਲੈਟ ਨੇ, ਸਰਕਾਰੀ ਘਰ ਨੇ, ਉਹਨਾਂ ਦੇ ਉੱਤੇ ਕਬਜ਼ੇ ਦੀ। 8 ਸਾਬਕਾ ਵਿਧਾਇਕਾਂ ਦੇ ਖਿਲਾਫ ਕੇਸ ਦਰਜ ਕਰਨ ਦੀ ਤਿਆਰੀ ਦੇ ਵਿੱਚ ਹੈ। ਇਸ ਸਮੇਂ ਵਿਧਾਨ ਸਭਾ ਸਪੀਕਰ ਦੇ ਇਹ ਬਿਆਨ ਆਏ ਨੇ। ਵਿਧਾਨ ਸਭਾ ਸਪੀਕਰ ਕੁਲਤਾਰ ਸੰਧਵਾ ਨੇ ਹੁਕਮ ਜਾਰੀ ਕੀਤੇ ਨੇ। ਸੋਮਵਾਰ ਨੂੰ ਸਾਬਕਾ ਐਮਐਲਏਜ਼ ਦੇ ਕੋਲ ਪਹੁੰਚੇਗਾ ਆਖਰੀ ਨੋਟਿਸ। ਸਾਬਕਾ ਐਮਐਲਏਜ਼ ਨੂੰ ਫਲੈਟ ਖਾਲੀ ਕਰਨ ਦੇ ਲਈ 7 ਦਿਨ ਦਾ ਹੋਰ ਸਮਾਂ ਦਿੱਤਾ ਗਿਆ ਹੈ ਤੇ ਇਹ ਵੀ ਕਹਿ ਦਿੱਤਾ ਗਿਆ ਕਿ ਜੇ 7 ਦਿਨਾਂ ਦੇ ਵਿੱਚ ਫਲੈਟ ਖਾਲੀ ਨਹੀਂ ਕੀਤੇ ਗਏ ਤਾਂ ਫਿਰ ਕੇਸ ਦਰਜ ਹੋਣਗੇ। ਫਲੈਟ ਖਾਲੀ ਕਰਨ ਦੇ ਲਈ ਕਈ ਵਾਰ ਨੋਟਿਸ ਭੇਜੇ ਜਾ ਚੁੱਕੇ ਨੇ। ਸਾਬਕਾ ਵਿਧਾਇਕਾਂ ਨੂੰ 10 ਮਾਰਚ ਨੂੰ ਨੋਟਿਸ ਭੇਜਿਆ ਗਿਆ। ਨੋਟਿਸ ਦੇ ਵਿੱਚ 25 ਮਾਰਚ ਤੱਕ ਫਲੈਟ ਖਾਲੀ ਕਰਨ ਦਾ ਸਮਾਂ ਦਿੱਤਾ ਗਿਆ ਸੀ, ਪਰ ਅਜੇ ਤੱਕ 8 ਸਾਬਕਾ ਵਿਧਾਇਕਾਂ ਨੇ ਆਪਣੇ ਫਲੈਟ ਖਾਲੀ ਨਹੀਂ ਕੀਤੇ ਨੇ। ਇਹਨਾਂ ਦੇ ਵਿੱਚ ਵਿਕਰਮ ਮਜੀਠੀਆ ਨੇ ਜਿਨ੍ਹਾਂ ਦੇ ਕੋਲ ਫਲੈਟ ਨੰਬਰ 39 ਹੈ। ਵਿਕਰਮ ਮਜੀਠੀਆ ਮੌਜੂਦਾ ਸਮੇਂ ਦੇ ਵਿੱਚ ਪਟਿਆਲਾ ਜੇਲ੍ਹ ਦੇ ਵਿੱਚ ਬੰਦ ਨੇ। ਮਜੀਠਾ ਤੋਂ ਸੀ ਵਿਧਾਇਕ ਕੁਲਬੀਰ ਜ਼ੀਰਾ ਤੋਂ ਵਿਧਾਇਕ ਸੀ। ਫਲੈਟ ਨੰਬਰ 41 ਇਹਨਾਂ ਦੇ ਕੋਲ ਹੈ। ਕਾਂਗਰਸੀ ਵਿਧਾਇਕ ਸੀ ਪਰ ਇਸ ਵਾਰ ਹਾਰ ਗਏ ਤੇ ਹੁਣ ਫਲੈਟ ਖਾਲੀ ਕਰਨ ਦੇ ਆਦੇਸ਼ ਉਹਨਾਂ ਨੂੰ ਦਿੱਤੇ ਗਏ ਨੇ। ਗੁਰਪ੍ਰਤਾਪ ਵਡਾਲਾ ਨੂੰ ਵੀ ਕਿਹਾ ਗਿਆ ਕਿ ਤੁਸੀਂ ਆਪਣਾ ਫਲੈਟ ਖਾਲੀ ਕਰੋ। ਸਤਕਾਰ ਕੌਰ ਗਹਿਰੀ ਫਲੈਟ ਨੰਬਰ 34 ਉਹਨਾਂ ਦੇ ਕੋਲ ਸੀ। ਤੇ ਇਸ ਸਮੇਂ ਸਾਡੇ ਨਾਲ ਫੋਨ ਲਾਈਨ ਦੇ ਉੱਤੇ ਸੁਖਪਾਲ ਭੁੱਲਰ ਜੀ ਜੁੜ ਰਹੇ ਨੇ, ਸਾਬਕਾ ਵਿਧਾਇਕ ਨੇ ਕਾਂਗਰਸ ਦੇ। ਉਹਨਾਂ ਦਾ ਰੁਖ ਕਰਦੇ ਹਾਂ। ਭੁੱਲਰ ਸਾਹਿਬ ਸਵਾਗਤ ਹੈ। 8 ਸਾਬਕਾ ਵਿਧਾਇਕਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਤੇ ਕਿਹਾ ਗਿਆ ਕਿ ਇੱਕ ਹਫ਼ਤੇ ਦੇ ਅੰਦਰ ਅੰਦਰ ਫਲੈਟ ਖਾਲੀ ਕਰ ਦਿਓ। ਦੇਖੋ ਫਲੈਟ ਤੇ ਖਾਲੀ ਕਰ ਦੇਣੇ, ਕਿਸੇ ਨੇ ਕੋਈ ਲੈ ਗਿਆ ਤੇ ਜਾਣੇ ਨਹੀਂ ਕਿ, ਪਰ ਇੱਥੋਂ ਇਹ ਆਪ ਪਾਰਟੀ ਦੀ ਛੋਟੇ ਦਿਲ ਦੀ ਛੋਟੀ ਮਾਨਸਿਕਤਾ ਜਿਹੜੀ ਇਹਨਾਂ ਦੀ ਆ ਉਹ ਦਰਸਾ ਰਹੀ ਹੈ ਕਿ ਕਿਸ ਤਰੀਕੇ ਦੇ ਨਾਲ ਇਹ ਹਰ ਗੱਲ ਨੂੰ ਲੈ ਕੇ ਇਸ਼ੂ ਬਣਾਉਣਾ ਚਾਹੁੰਦੇ ਆ। ਅੱਜ ਤੋਂ ਪੂਰੇ 5 ਸਾਲ ਪਹਿਲਾਂ ਜਦੋਂ ਮੈਨੂੰ ਫਲੈਟ ਮਿਲਿਆ, ਮੈਨੂੰ 1 ਸਾਲ ਤੇ 5-6 ਮਹੀਨੇ 1.5 ਸਾਲ ਬਾਅਦ ਮੈਨੂੰ ਫਲੈਟ ਮਿਲਿਆ। ਮੈਂ ਤੇ ਕਿਸੇ ਨੂੰ ਨਹੀਂ ਆਖਿਆ ਵੀ ਏਦਾਂ ਕਰੋ ਐਂ ਕਰੋ ਪਰਚਾ ਦਰਜ ਹੋਣਾ। ਕਿਸੇ ਲਈ ਕੋਈ ਜਿਹੜਾ ਕੋਈ ਬੰਦਾ ਬੈਠਾ ਹੁੰਦਾ ਉਹਨਾਂ ਦੀਆਂ ਨਿੱਜੀ ਕੋਈ ਮੁਸ਼ਕਲਾਂ ਕੋਈ ਪ੍ਰੋਬਲਮ ਹੋ ਸਕਦੀਆਂ, ਕੋਈ 2-4 ਦਿਨ ਵੱਧ ਘੱਟ ਲੱਗ ਸਕਦੇ, ਪਰ ਇਹਦਾ ਮਤਲਬ ਥੋੜਾ ਵੀ ਤੁਸੀਂ ਐਵੇਂ ਹੀ ਬਗੈਰ ਮਤਲਬ ਤੋਂ ਹਰ ਗੱਲ ਦਾ ਪ੍ਰੋਪੋਗੰਡਾ ਤੁਸੀਂ ਕਰਨਾ ਚਾਹੁੰਦੇ ਹੋ। ਸੁਖਪਾਲ ਜੀ ਤੁਹਾਨੂੰ 1.5 ਸਾਲ ਬਾਅਦ ਫਲੈਟ ਕਿਉਂ ਮਿਲਿਆ ਸੀ? ਜਿਹੜੇ ਵਿੱਚ ਪਹਿਲਾਂ ਬੈਠੇ ਸੀਗੇ ਜੀ ਜਿਹੜੇ ਐਮਐਲਏ ਸੀਗੇ ਉਹ ਉਹਨਾਂ ਨੇ, ਮੈਂ ਇਹ ਨਹੀਂ ਕਹਿੰਦਾ ਵੀ ਮੈਨੂੰ 1.5 ਸਾਲ ਬਾਅਦ ਮਿਲਿਆ ਤੇ ਮੈਂ ਵੀ 1.5 ਸਾਲ ਬਾਅਦ ਖਾਲੀ ਕਰੂੰਗਾ, ਇਹ ਗੱਲ ਨਹੀਂ ਹੈਗੀ, ਪਰ ਮੈਂ ਇੱਕ ਕੰਪੈਰੀਜ਼ਨ ਕਰ ਰਿਹਾ ਕੀ ਸੀਗਾ। ਉਹ ਵੀ ਅਕਾਲੀ ਦਲ ਦੇ ਤੇ ਆਪਣਾ ਉਹ ਸੀਗੇ, ਕੋਈ ਉਹਨਾਂ ਦੀ ਘਰੇਲੂ ਪ੍ਰੋਬਲਮ ਸੀਗੀ, ਉਹਨਾਂ ਦੇ ਫਾਦਰ ਸਾਹਿਬ ਬਿਮਾਰ ਸੀਗੇ ਔਰ ਕੋਈ ਘਰ 'ਚ ਉਹਨਾਂ ਦਾ ਵਿਆਹ ਦਾ ਕੋਈ ਫੰਕਸ਼ਨ ਸੀਗਾ। ਉਹਨਾਂ ਰਿਕੁਐਸਟ ਕੀਤੀ ਵੀ ਥੋੜਾ ਚਿਰ 6-8 ਮਹੀਨੇ ਜਿਹੜਾ ਵਾ ਉਹ ਸਾਨੂੰ ਰਹਿਣ ਦਿੱਤਾ ਜਾਵੇ ਤੇ ਅਸੀਂ ਕਿਹਾ ਚਲੋ ਕੋਈ ਗੱਲ ਨਹੀਂ, ਇਹ ਘਰ 'ਚ ਮੁਸ਼ਕਲਾਂ ਪ੍ਰੋਬਲਮਾਂ ਸਾਰਿਆਂ ਦੀਆਂ ਸਾਂਝੀਆਂ ਹੁੰਦੀਆਂ ਵਾ। ਨਹੀਂ ਹੁਣ ਤਾਂ 1 ਹਫ਼ਤੇ ਦਾ ਨੋਟਿਸ ਹੈ ਸਰ, ਤੁਹਾਡਾ ਵੀ 43 ਨੰਬਰ ਫਲੈਟ ਹੈ, 1 ਹਫ਼ਤੇ ਦਾ ਨੋਟਿਸ ਹੈ। ਜੇ ਅਗਲੇ ਐਤਵਾਰ ਤੱਕ ਖਾਲੀ ਨਾ ਹੋਇਆ ਫਿਰ ਕਹਿੰਦੇ ਪਰਚਾ ਦਰਜ ਕਰ ਦੇਣਾ। ਫਿਰ ਤੁਸੀਂ ਪਹਿਲਾਂ ਖਾਲੀ ਕਰ ਦੋਗੇ ਜਾਂ ਅਜੇ ਇੰਤਜ਼ਾਰ ਕਰ ਰਹੇ? ਅਜੇ ਤਾਂ ਦੇਖੋ ਸਾਰੇ ਜਿਮਨੀ ਚੋਣ ਦੇ ਵਿੱਚ ਬਿਜ਼ੀ ਆ 21 ਤਰੀਕ ਤੱਕ, ਠੀਕ ਹੈ ਨਾ। ਇਹਨਾਂ ਦਾ ਧਿਆਨ ਇਸੇ ਕਰਕੇ ਲੱਗੇ ਵੀ ਸਾਰਿਆਂ ਨੂੰ ਇੱਧਰ ਨੂੰ ਉਲਝਾਈਏ ਵੀ ਉੱਥੇ ਕਿਉਂ ਤੁਰੇ ਫਿਰਨ ਦਾ, ਠੀਕ ਹੈ ਨਾ। ਸੋ ਇਸ ਕਰਕੇ ਜੋ ਉਹਨਾਂ ਦੀ ਕਾਨੂੰਨੀ ਕਾਰਵਾਈ ਬਣਦੀ ਆ ਉਹ ਕਰਨ, ਜੋ ਉਹਦਾ ਕਾਨੂੰਨੀ ਅੱਗੋਂ ਜਵਾਬ ਦੇਣਾ ਹੋਇਆ ਜੋ ਹੈਗੇ ਆ ਸਾਡੇ ਰਾਈਟਸ ਜਾਂ ਜੋ ਗੱਲਬਾਤ ਉਹੀ ਦੇਵਾਂਗੇ। ਮਤਲਬ ਤੁਸੀਂ ਵੀ ਡਾਇਰੈਕਟਲੀ ਕਹਿ ਰਹੇ ਹੋ ਕਿ ਜੇ ਕੇਸ ਦਰਜ ਕਰਨਾ ਕਰ ਲਓ, ਇਹ ਵਿਧਾਨ ਸਭਾ ਸਪੀਕਰ ਦੀ ਸਟੇਟਮੈਂਟ ਹੈ, ਤੁਹਾਡੇ ਤੱਕ ਨੋਟਿਸ ਪਹੁੰਚਿਆ ਵੀ? ਉਮੀਦ ਨਹੀਂ ਸੀ ਸਪੀਕਰ ਸਾਹਿਬ ਜਿਹੜੇ ਇੱਕ ਐਡੇ ਵੱਡੇ ਪੋਲੀਟੀਕਲ ਪਿਛੋਕੜ ਨੂੰ ਬਿਲੋਂਗ ਕਰਦੇ ਆ, ਦੇਸ਼ ਦੇ ਰਾਸ਼ਟਰਪਤੀ ਰਹੇ ਗਿਆਨੀ ਜੈਲ ਸਿੰਘ ਜੀ, ਜਿਨ੍ਹਾਂ ਨੇ ਇੱਕ ਪੱਗ ਦਾ ਔਰ ਪੂਰੇ ਦੇਸ਼ ਦੁਨੀਆ 'ਚ ਇੱਕ ਨਾਂ ਰੱਖਿਆ, ਮੁੱਖ ਮੰਤਰੀ ਰਹੇ ਆ, ਉਹਨਾਂ ਤੋਂ ਇੰਨੀਆਂ ਛੋਟੀ ਸੋਚ ਦੀਆਂ ਜਿਹੜੀਆਂ ਹਰਕਤਾਂ ਕਰ ਰਿਹਾ, ਇਹ ਉਮੀਦ ਨਹੀਂ ਸੀਗੀ। ਬੜੀ ਮਾੜੀ ਗੱਲ ਆ ਜਿਹੜੀ ਉਹਨਾਂ ਨੇ ਕੀਤੀ ਆ, ਪਰ ਕੋਈ ਗੱਲ ਨਹੀਂ, ਜੇ ਉਹਨਾਂ ਨੂੰ ਸੰਤੁਸ਼ਟੀ ਮਿਲਦੀ ਆ ਵੀ 8 ਕਾਂਗਰਸੀ ਵਿਧਾਇਕਾਂ ਦੇ ਉੱਤੇ ਪਰਚਾ ਦੇਣਾ ਵਾ ਤੇ ਕੋਈ ਗੱਲ ਨਹੀਂ, ਦੇ ਲੈਣ, ਮੇਰੇ 'ਚ ਕਿਹੜੀ ਗੱਲ। ਨਹੀਂ ਪਰ ਭੁੱਲਰ ਸਾਹਿਬ ਤੁਹਾਨੂੰ ਨਹੀਂ ਲੱਗਦਾ ਕਿ ਖਾਲੀ ਕਰ ਦੇਣਾ ਚਾਹੀਦਾ?
ਕਿ ਜੇ 10 ਮਾਰਚ ਨੂੰ ਨਤੀਜੇ ਆਏ ਸੀ 3 ਮਹੀਨੇ ਆਲਰੇਡੀ ਹੋ ਚੁੱਕੇ ਨੇ। ਮਤਲਬ ਇੱਕ ਰੀਤ ਜਿਹੜੀ ਪੁਰਾਣੀ ਚੱਲਦੀ ਆ ਰਹੀ ਹੈ ਕਿ 6-8 ਮਹੀਨੇ ਰੱਖੀ ਰੱਖੋ, ਸਾਲ ਰੱਖੀ ਰੱਖੋ, ਉਸ ਤੋਂ ਬਾਅਦ ਜਾ ਕੇ ਖਾਲੀ ਕਰੋ, ਤਾਂ ਹੁਣ ਸਮਾਂ ਬਦਲ ਰਿਹਾ ਤਾਂ ਖਾਲੀ ਕਰ ਦੇਣਾ ਚਾਹੀਦਾ। ਕੋਈ ਗੱਲ ਨਹੀਂ, ਕਰ ਦਿੰਦੇ ਆ। ਮੈਂ ਕਦੋਂ ਕਿਹਾ ਵੀ ਨਹੀਂ ਕਰਨਾ, ਪਹਿਲੀ ਗੱਲ ਤੇ ਠੀਕ ਹੈ ਨਾ। ਜੇ ਜਿੰਨੀ ਦੇਰ ਮੈਂ ਵੱਧ ਰੱਖੂੰਗਾ, ਜੋ ਸਰਕਾਰ ਦਾ ਹਰਜਾਨਾ ਵਾ ਜਾਂ ਜੋ ਕੁਝ ਹੋ ਰਿਹਾ ਉਹ ਮੈਂ ਉਹਦਾ ਪੇ ਕਰੂੰਗਾ। ਕੋਈ ਮੈਂ ਕੋ ਮੁਫਤ 'ਚ ਤੇ ਬੈਠਾ ਨਹੀਂ ਉੱਥੇ, ਉਹ ਕਬਜ਼ਾ ਤੇ ਮੈਂ ਕਰ ਨਹੀਂ ਲਿਆ। ਔਰ 1.5 ਸਾਲ ਬਾਅਦ ਜੇ ਮੈਨੂੰ ਮਿਲਿਆ, ਉਸ ਟਾਈਮ ਤੇ ਮੈਂ ਤੇ ਕਿਸੇ ਟੀਵੀ ਚੈਨਲ ਤੇ ਜਾਂ ਕਿਸੇ ਨੂੰ ਇੰਟਰਵਿਊ ਦੇ ਕੇ ਮੈਂ ਤੇ ਕਿਸੇ ਨੂੰ ਕਿਹਾ ਨਹੀਂ ਕਿ ਕੋਈ ਗੱਲ ਨਹੀਂ। ਨਿੱਜੀ ਤੌਰ ਦੇ ਉੱਤੇ ਮੈਂ ਵੀ ਬੇਨਤੀ ਕੀਤੀ ਸੀ, ਜਿਹੜੇ ਸਾਡੇ ਉਸ ਟਾਈਮ ਦੇ ਵਿਧਾਇਕ ਜਿਹੜੇ ਵਿੱਚ ਰਹਿ ਰਹੇ ਸੀ, ਉਹਨਾਂ ਨੇ ਆਪਦੀਆਂ ਘਰੇਲੂ ਮੁਸ਼ਕਲਾਂ ਦੱਸੀਆਂ, ਕਿਉਂਕਿ ਮਰਾੜ ਸਾਹਿਬ ਆਪਣੇ ਨਹੀਂ ਰਹੇ ਵਿੱਚ, ਉਹਨਾਂ ਦੀ ਹੈਲਥ ਨੂੰ ਲੈ ਕੇ ਕਈ ਇਸ਼ੂ ਸੀਗੇ। ਸੋ ਹਰ ਕਿਸੇ ਦੀਆਂ ਨਿੱਜੀ ਕੋਈ ਪ੍ਰੋਬਲਮ ਹੁੰਦੀਆਂ ਵਾ, ਸੋ ਇਹਦੇ ਕਰਕੇ ਥੋੜਾ ਬਹੁਤ ਮਾੜਾ ਮੋਟਾ ਰੱਖਣਾ ਚਾਹੀਦਾ। ਪਰ ਇਹ ਜਿਹੜੀ ਹਰਕਤ ਇਹਨਾਂ ਨੇ ਕੀਤੀ ਸਪੀਕਰ ਸਾਹਿਬ ਨੇ ਔਰ ਆਪ ਪਾਰਟੀ ਵਾਲਿਆਂ ਨੇ, ਇਹਨਾਂ ਨੂੰ ਅਸੀਂ ਕਹਿਣਾ ਵੀ ਨਹੀਂਗਾ, ਜੋ ਇਹਨਾਂ ਦਾ ਜੀ ਕਰਦਾ ਉਹ ਕਰਨ, ਪਰਚਾ ਦੇਣ ਆ ਕਰਨ। ਪਹਿਲਾਂ ਸਿਕਿਉਰਿਟੀ ਨੂੰ ਲੈ ਕੇ ਪਤਾ ਨਹੀਂ ਕਿੱਡਾ ਇਸ਼ੂ ਬਣਾਈ ਫਿਰਦੇ ਵੀ ਕੀ ਵਾਪਸ ਕਰਤਾ, ਔਰ ਉਹਦਾ ਰਿਜ਼ਲਟ ਤੁਹਾਡੇ ਸਾਹਮਣੇ। ਹੁਣ 8 ਫਲੈਟਾਂ ਨੂੰ ਲੈ ਕੇ ਰੋਣ ਡਿਆ ਜਿਵੇਂ ਪਤਾ ਨਹੀਂ ਕੀ ਗੱਲ ਹੈ, ਠੀਕ ਹੈ ਨਾ। ਕਿਸੇ ਨੇ ਕੋਈ ਫਲੈਟ ਕਿਸੇ ਨੇ ਨਾਲ ਚੁੱਕ ਨਹੀਂ ਲੈ ਜਾਣਾ ਕਿਸੇ ਨੇ। ਚਲੋ ਅੱਛਾ, ਤੁਸੀਂ ਇਹ ਵੀ ਜੇਕਰ ਦਰਸ਼ਕਾਂ ਨੂੰ ਦੱਸ ਸਕੋ ਕਿ ਤੁਸੀਂ ਕੋਈ ਰਿਟਰਨ ਦੇ ਵਿੱਚ ਕਿਹਾ ਸੀ, ਕੋਈ ਭੇਜਿਆ ਕਿ ਮੈਂ ਫਿਲਹਾਲ ਫਲੈਟ ਖਾਲੀ ਨਹੀਂ ਕਰ ਸਕਦਾ, ਮੈਨੂੰ ਸਮਾਂ ਦਿੱਤਾ ਜਾਵੇ? ਕਿਉਂਕਿ ਸਾਰੇ ਇਲੈਕਸ਼ਨ 'ਚ ਬਿਜ਼ੀ ਆ। ਅੱਜ ਹੀ ਕੱਲ ਦਾ ਨਿਊਜ਼ 'ਚ ਆ ਰਿਹਾ ਵੀ ਇਹੋ ਜਿਹੀ ਕੋਈ ਹਰਕਤ ਕਰਨਾ ਚਾਹੁੰਦੇ ਆ। ਸੋ ਇੱਕ ਵਾਰੀ ਉਹ ਨੋਟਿਸ ਕੋਈ ਰਿਸੀਵ ਹੋ ਜੇ, ਕਿਉਂਕਿ ਜੇ ਕੋਈ ਲੀਗਲੀ ਹੋਇਆ ਨਹੀਂ ਰਿਸੀਵ, ਮੰਡੇ ਹੋ ਜਾਏਗਾ। ਉਹ ਕਹਿ ਰਹੇ ਕਿ ਮੰਡੇ ਪਹੁੰਚ ਜਾਏਗਾ ਤੁਹਾਡੇ। ਹਾਂ, ਮੰਡੇ ਪਹੁੰਚ ਜਾਊਗਾ। ਫਿਰ ਉਹ 'ਚ ਕੀ ਲਿਖਿਆ ਵਾ ਉਹਦੀ ਰਾਇ ਲੈ ਕੇ ਕੁਝ ਜੋ ਵੀ ਹੋਊਗੀ ਫਾਰਮੈਲਿਟੀ, ਜੋ ਵਿਧਾਨ ਸਭਾ ਦੇ ਵਿੱਚ ਅਸੀਂ ਦੇਵਾਂਗੇ ਵੀ ਕੁਝ ਦਿਨ ਲਈ ਜਾਂ ਕੁਝ ਚਿਰ ਲਈ ਸਾਨੂੰ ਉਹ ਕਰਨ ਲਈ ਕੀਤਾ ਜਾਵੇ। ਠੀਕ ਹੈ, ਸ਼ੁਕਰੀਆ, ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਇਸ ਪੂਰੀ ਗੱਲਬਾਤ ਦੇ ਲਈ ਸੁਖਪਾਲ ਸਿੰਘ ਭੁੱਲਰ ਕਾਂਗਰਸ ਦੇ ਵੱਡੇ ਆਗੂ ਨੇ, ਸਾਬਕਾ ਵਿਧਾਇਕ ਨੇ, ਫੋਨ ਲਾਈਨ ਦੇ ਉੱਤੇ ਸਾਡੇ ਨਾਲ ਸੀ ਤੇ ਉਹਨਾਂ ਦੇ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਕਿ ਜਦੋਂ ਮੈਂ ਵਿਧਾਇਕ ਬਣਿਆ 2017 ਦੇ ਵਿੱਚ ਤਾਂ ਮੈਨੂੰ ਸਾਲ 1.5 ਸਾਲ ਬਾਅਦ ਜਾ ਕੇ ਫਲੈਟ ਮਿਲਿਆ, ਔਰ ਜਿਹੜੇ ਲੋਕ ਉੱਥੇ ਰਹਿ ਰਹੇ ਸੀ, ਯਾਨੀ ਕਿ ਜਿਹੜੇ ਸਾਬਕਾ ਵਿਧਾਇਕ ਉਸ ਸਮੇਂ ਉੱਥੇ ਰਹਿ ਰਹੇ ਸੀ, ਤਾਂ ਉਹਨਾਂ ਦੀਆਂ ਕੁਝ ਨਿੱਜੀ ਦਿੱਕਤਾਂ ਸੀ। ਇਹ ਵੀ ਇੱਕ ਤਰੀਕੇ ਨਾਲ ਖੁੱਲੀ ਚੇਤਾਵਨੀ ਦੇ ਰਹੇ ਨੇ ਕਿ ਹੁਣ ਆਮ ਆਦਮੀ ਪਾਰਟੀ ਜਾਂ ਸਪੀਕਰ ਸਾਹਿਬ ਨੇ ਜਿਹੜਾ ਕੇਸ ਕਰਨਾ ਕਰ ਲੈਣ। ਇੱਕ ਚੀਜ਼ ਕਲੀਅਰ ਹੈ ਕਿ ਸੁਖਪਾਲ ਭੁੱਲਰ ਅਗਲੇ 1 ਹਫ਼ਤੇ ਦੇ ਵਿੱਚ ਆਪਣਾ ਫਲੈਟ ਨਹੀਂ ਛੱਡਣਗੇ। ਉਹ ਤਕਰੀਬਨ ਉਹਨਾਂ ਦੇ ਬਿਆਨਾਂ ਤੋਂ ਸਮਝਿਆ ਜਾ ਸਕਦਾ ਨਾ ਕਿ ਉਹਨਾਂ ਨੇ ਇਹ ਵੀ ਕਿਹਾ ਕਿ ਸੋਮਵਾਰ ਨੂੰ ਜਦੋਂ ਉਹਨਾਂ ਨੂੰ ਰਿਸੀਵ ਹੋ ਜਾਣਗੇ ਇਹ ਨੋਟਿਸ, ਤਾਂ ਉਸ ਤੋਂ ਬਾਅਦ ਉਹ ਅੱਗੇ ਕੀ ਕਦਮ ਚੁੱਕਣਾ ਹੈ, ਰਾਏ ਤੋਂ ਬਾਅਦ ਅੱਗੇ ਦਾ ਫੈਸਲਾ ਲੈਣ।